तो द्वारी। लेखा छोड़िया लेखा छूटै, हम निर्गुण लेहो उबारी। सद बख्शिंद सदा मेहरबाना, सबना दे आधारी। नानक दास संत पाछै परयो, राख लेहो एह बारी। तुमरी सरन तुम्हारी आसा, तुम ही सजन सुहेले। राखो राखनहार दयाला, नानक घर के गोले। सुकाओ हटल गुर सेविय, अहनिस सहज सुभाए। दर्शन परसे गुरु कै, जन्म मरण दुख जाय। होवै सिफत खसंदी, नूर अरसों कुरसों चटिया। तुद डिठे सचे पातशाह, मल जन्म जन्म दी। तुद डिठे सचे पातशाह, मल जन्म जन्म दी कटिया। श्री वाहिगुरु साहिब जी। गुजरी महला पंजवा। आप जस मिटै होवै जग कीरत, दरगह बैसन पाइयै। जम की त्रास नास होए खिन मह, सुख आनंद सेती घर जाइयै। वाहिगुरु जी का खालसा, वाहिगुरु जी की फतेह। 10 पातशाहियां दे आत्मिक स्वरूप। बाणी गुरु, गुरु है बाणी, विच बाणी ਅੰਮ੍ਰਿਤ ਸਾਰੇ। 10 ਗੁਰੂ ਸਾਹਿਬਾਨ ਬਾਣੀ ਸਰੂਪ ਹਨ ਅਤੇ ਇਸ ਬਾਣੀ ਦੇ ਅੰਦਰ ਦੁਨੀਆ ਦੀਆਂ ਤਮਾਮ ਵਸਤੂਆਂ ਪ੍ਰਾਪਤ ਹੁੰਦੀਆਂ। ਜੇ ਕੋਈ ਮੁਕਤੀ ਦੀ ਦਾਤ ਚਾਹੁੰਦਾ ਹੈ, ਬਾਣੀ ਪੜ੍ਹ ਕੇ ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜੇ ਕੋਈ ਦੁਨੀਆ ਦੇ ਪਦਾਰਥ ਚਾਹੁੰਦਾ ਹੈ, ਦੁਨੀਆ ਦੀ ਵਸਤੂ ਚਾਹੁੰਦਾ ਹੈ, ਤੇ ਉਹ ਦੁਨੀਆ ਦੀ ਵਸਤੂ ਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੇ ਭੰਡਾਰੇ, ਸਾਰੇ ਪਦਾਰਥ, ਤਮਾਮ ਵਸਤੂਆਂ ਜਿਹੜੀਆਂ ਨੇ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦੀਆਂ। ਜਿਨ੍ਹਾਂ ਜਿਨ੍ਹਾਂ ਨੇ ਇਸ ਬਾਣੀ ਨੂੰ ਪੜ੍ਹਿਆ ਹੈ, ਸੁਣਿਆ ਹੈ, ਵਿਚਾਰਿਆ ਹੈ, ਉਹ ਗੁਰਮੁਖ ਜਨ ਜਿਹੜੇ ਨੇ ਇਹਨਾਂ ਦਾਤਾਂ ਨੂੰ ਪ੍ਰਾਪਤ ਕਰਦੇ। ਸਤਿਗੁਰਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਆਪਾਂ ਇਸ ਵੇਲੇ ਸਰਵਣ ਕਰਦੇ ਹਾਂ। ਆਓ ਮਨ ਬਿਰਤੀਆਂ ਟਿਕਾਈਏ, ਗੁਰੂ ਚਰਨਾਂ ਦੇ ਅੰਦਰ ਬੜੀ ਭਾਵਨਾ ਨਾਲ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਮਹੱਲਾ ਪੰਜਵਾ। ਆਪ ਜਸ ਮਿਟੈ ਹੋਵੈ ਜਗ ਕੀਰਤ, ਦਰਗਹਿ ਬੈਸਨ ਪਾਈਐ। ਨਾਮ ਦੀ ਮਹਿਮਾ ਕੀ ਹੈ? ਨਾਮ ਜਪ ਕੇ ਕੀ ਪ੍ਰਾਪਤ ਹੁੰਦਾ? ਇਹ ਸਤਿਗੁਰੂ ਜੀ ਇੱਥੇ ਫਰਮਾਉਂਦੇ ਨੇ। ਕਹਿਣ ਲੱਗੇ
ਅਪ ਜਸ ਮਿਟੈ। ਅਪ ਜਸ ਤੋਂ ਭਾਵ ਹੁੰਦਾ ਬਦਨਾਮੀ, ਨਰਾਦਰੀ। ਕੋਈ ਕਾਲਖ ਲੱਗੀ ਹੈ ਮੂੰਹ ਤੇ, ਕੋਈ ਗੁਨਾਹ ਕੀਤਾ ਹੈ ਤੇ ਲੋਕ ਆਖਦੇ ਨੇ ਉਹ ਕੀਤਾ ਹੋਇਆ ਗੁਨਾਹ, ਬਦਨਾਮੀ ਕਦੇ ਜਿਹੜੀ ਹੈ ਨਾ ਉਹ ਛੁਪਦੀ ਨਹੀਂ ਹੈ, ਦੁਨੀਆ ਵਿੱਚ ਮਸ਼ਹੂਰ ਹੋ ਜਾਂਦੀ ਹੈ ਅਤੇ ਫਿਰ ਉਸ ਨੂੰ ਮਿਟਿਆ ਨਹੀਂ ਜਾ ਸਕਦਾ। ਜਿਹੜਾ ਬਦਨਾਮੀ ਦਾ ਕਲੰਕ ਲੱਗ ਗਿਆ ਉਸ ਨੂੰ ਧੋਤਾ ਨਹੀਂ ਜਾ ਸਕਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਵੀ ਇਹ ਕਲੰਕ ਧੋਤਾ ਜਾ ਸਕਦਾ ਹੈ ਕਿ ਨਹੀਂ? ਤੇ ਪਾਤਸ਼ਾਹ ਇੱਥੇ ਫਰਮਾਉਂਦੇ, ਕਹਿੰਦੇ ਨਾਮ ਦੀ ਮਹਿਮਾ ਭਾਈ ਵੱਡੀ ਹੈ। ਅਪ ਜਸ ਮਿਟੈ। ਜੇ ਕੋਈ ਨਰਾਦਰੀ ਹੋ ਗਈ ਹੈ, ਕੋਈ ਬਦਨਾਮੀ ਹੋ ਗਈ ਹੈ ਤੇ ਉਹ ਮਿਟ ਜਾਏਗੀ। ਮਹਾਰਾਜ ਕੱਲੀ ਬਦਨਾਮੀ ਮਿਟੇਗੀ ਜਾਂ ਕੁਝ ਹੋਰ ਵੀ ਹੋਵੇਗਾ? ਪਾਤਸ਼ਾਹ ਕਹਿਣ ਲੱਗੇ, ਹੋਵੇ ਜਗ ਕੀਰਤ। ਜਿਹੜੇ ਲੋਕ ਪਹਿਲਾਂ ਬਦਨਾਮ ਕਰਦੇ ਸੀ, ਮਾੜਾ ਕਹਿੰਦੇ ਸੀ, ਉਹੀ ਲੋਕ ਉਸ ਵਿਅਕਤੀ ਦੀ ਕੀਰਤੀ ਕਰਨਗੇ, ਵਡਿਆਈ ਕਰਨਗੇ, ਜਸ ਕਰਨਗੇ। ਮਹਾਰਾਜ ਕਿਵੇਂ ਹੋਵੇਗਾ? ਪਾਤਸ਼ਾਹ ਕਹਿਣ ਲੱਗੇ, ਦਰਗਹ ਬੈਸਨ ਪਾਈਐ। ਤੇ ਦਰਗਾਹ ਦੇ ਵਿੱਚ, ਸੱਚਖੰਡ ਦੇ ਵਿੱਚ ਬੈਠਣ ਵਾਸਤੇ ਸਮਾਂ ਵੀ ਮਿਲੇਗਾ। ਇੱਕ ਪਾਸੇ ਤੇ ਨਰਾਦਰੀ ਹੋਈ ਹੈ, ਇੱਕ ਪਾਸੇ ਤੇ ਬਦਨਾਮੀ ਹੋਈ ਹੈ, ਬੇਇੱਜ਼ਤੀ ਹੋਈ ਹੈ ਤੇ ਕਲੰਕ ਇਹੋ ਜਿਹਾ ਲੱਗਾ ਧੋਤਾ ਨਹੀਂ ਜਾ ਸਕਦਾ। ਤੇ ਦੂਸਰੇ ਪਾਸੇ ਜੇ ਨਾਮ ਜਪਿਆ ਨਾ, ਤੇ ਪਾਤਸ਼ਾਹ ਕਹਿਣ ਲੱਗੇ ਨਾਮ ਜਪ ਕੇ ਉਸ ਬਦਨਾਮੀ ਨੂੰ ਵੀ ਧੋਤਾ ਜਾ ਸਕਦਾ ਹੈ, ਉਸ ਨਰਾਦਰੀ ਨੂੰ ਵੀ ਧੋਤਾ ਜਾ ਸਕਦਾ। ਫਿਰ ਉਸੇ ਵਿਅਕਤੀ ਦੀ ਕੀਰਤੀ ਹੁੰਦੀ ਹੈ, ਵਡਿਆਈ ਹੁੰਦੀ ਹੈ। ਇਹ ਰੱਬ ਦਾ ਭਗਤ ਹੈ, ਇਸ ਨੇ ਭਗਤੀ ਕੀਤੀ ਹੈ, ਇਸ ਨੇ ਨਾਮ ਜਪਿਆ। ਉਸ ਦੇ ਪਿਛਲੇ ਗੁਨਾਹਾਂ ਨੂੰ, ਪਿਛਲੀਆਂ ਗੱਲਾਂ ਨੂੰ ਵਿਚਾਰਿਆ ਨਹੀਂ ਜਾਂਦਾ। ਪਿਛਲੇ ਗੁਨਾਹਾਂ ਨੂੰ ਛੱਡ ਕੇ, ਪਿਛਲੀਆਂ ਗੱਲਾਂ ਨੂੰ ਛੱਡ ਕੇ ਉਸ ਦੀ ਅੱਗੇ ਸਿਫਤ ਹੁੰਦੀ ਹੈ, ਵਡਿਆਈ ਹੁੰਦੀ ਹੈ। ਤੇ ਸਾਡੇ ਕੋਲ ਦੋ ਵੱਡੀਆਂ ਉਦਾਹਰਨਾਂ ਸਿੱਖ ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ। ਇੱਕ ਤੇ ਭਾਈ ਲਖੀਆ ਜੀ ਨੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਿੱਖ, ਜਿਨ੍ਹਾਂ ਦਾ ਕੰਮ ਹੈ ਡਾਕਾ ਮਾਰਨਾ, ਲੁੱਟ ਲੈਣਾ ਰਾਹ ਜਾਂਦਿਆਂ ਨੂੰ। ਪਹਿਲਾਂ ਕੱਚੇ ਪੱਕੇ ਰਸਤੇ ਸਨ, ਜੰਗਲਾਂ ਦੇ ਵਿੱਚੋਂ ਦੀ, ਬੀਆਬਾਨ ਦੇ ਵਿੱਚੋਂ ਦੀ, ਉਜਾੜ ਰਾਹਾਂ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ। ਤੇ ਡਾਕੂਆਂ ਨੂੰ ਡਾਕਾ ਮਾਰਨਾ ਬੜਾ ਸੌਖਾ ਹੁੰਦਾ, ਲੋਕੇ ਬੈਠ ਜਾਂਦੇ, ਜਦੋਂ ਕੋਈ ਰਾਹ ਵਿੱਚੋਂ ਲੰਘਦਾ ਤੇ ਉਸ ਨੂੰ ਲੁੱਟ ਲੈਂਦੇ। ਤੇ ਕੀ ਹੋਇਆ? ਕਹਿਣ ਲੱਗੇ ਇੱਕ ਦਿਨ ਕੋਈ ਵਿਆਹ ਵਾਸਤੇ ਪਰਿਵਾਰ ਜਾ ਰਿਹਾ ਤੇ ਉਹਨਾਂ ਦੇ ਕੋਲ ਨਵੇਂ ਕੱਪੜੇ, ਕੁਝ ਗਹਿਣੇ, ਕੁਝ ਮਾਇਆ। ਜਿੱਥੇ ਉਹਨਾਂ ਨੇ ਕਿਤੇ ਵਿਆਹ ਦੇ ਵਿੱਚ ਕੋਈ ਸ਼ਗਨ ਦੇਣਾ ਸੀ, ਸਾਰਾ ਕੁਝ ਲੈ ਕੇ ਤੁਰੇ ਜਾਂਦੇ ਤੇ ਡਾਕੂ ਰਸਤੇ ਵਿੱਚ ਬੈਠੇ ਸਨ। ਉਹਨਾਂ ਨੇ ਘੇਰ ਲਿਆ ਤੇ ਆਖਿਆ, ਕਹਿਣ ਲੱਗੇ ਵੀ ਜਾਂ ਤੇ ਜੇ ਜਾਨ ਬਚਾਉਣੀ ਹੈ ਤੇ ਜੋ ਵੀ ਕੁਝ ਹੈ ਇੱਥੇ ਰੱਖ ਦਿਓ, ਨਹੀਂ ਤੇ ਅਸੀਂ ਸਾਰਿਆਂ ਨੂੰ ਕਤਲ ਕਰ ਦਿਆਂਗੇ, ਮਾਰ ਦੇਵਾਂਗੇ। ਜਿੰਨੇ ਉਹਨਾਂ ਦੇ ਕੋਲ ਗਹਿਣੇ ਸਨ, ਜਿੰਨੇ ਕੱਪੜੇ ਸਨ, ਸਾਰੇ ਰੱਖ ਦਿੱਤੇ। ਹੁਣ ਲਾਲਚ ਪੈਦਾ ਹੋ ਗਿਆ। ਡਾਕੂ ਕਹਿਣ ਲੱਗੇ, ਜਿਹੜੇ ਗਲ ਵਿੱਚ ਵੀ ਕੱਪੜੇ ਪਾਏ ਨੇ ਨਾ, ਜਨਾਨੀਆਂ ਨੇ ਸੂਟ ਪਾਏ ਨੇ ਮਹਿੰਗੇ, ਇਹ ਗਲ ਵਾਲੇ ਵੀ ਆਪਣੇ ਉਤਾਰ ਕੇ ਇੱਥੇ ਰੱਖੋ, ਨਹੀਂ ਤੇ ਕਤਲ ਕਰ ਦੇਵਾਂਗੇ। ਗਲ ਵਿੱਚ ਪਹਿਨੇ ਹੋਏ ਕੱਪੜੇ ਵੀ ਲਵਾ ਲੈ। ਜਦੋਂ ਇਹ ਸਾਰਾ ਲੁੱਟਦਾ ਮਾਲ ਲੈ ਕੇ, ਇੱਕ ਮਹਾਤਮਾ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਪਏ ਬੈਠੇ ਸਨ, ਜਾ ਕੇ ਮੱਥਾ ਟੇਕਿਆ, ਆਖਿਆ ਅਸੀਂ ਬੜੀ ਵੱਡੀ ਅੱਜ ਲੁੱਟ ਕੇ ਆਏ ਹਾਂ, ਸਾਡਾ ਜੀ ਕਰਦਾ ਤੁਹਾਨੂੰ ਵੀ ਦਸਵੰਧ ਦਈਏ। ਤੇ ਮਹਾਤਮਾ ਨੇ ਜਦੋਂ ਨੇਤਰ ਖੋਲ੍ਹੇ, ਗੁਰੂ ਕੇ ਸਿੱਖ ਨੇ ਵੇਖਿਆ ਤੇ ਪੁੱਛਿਆ ਵੀ ਕਿੱਥੋਂ ਲੈ ਕੇ ਆਏ? ਕਹਿੰਦੇ ਲੁੱਟ ਕੇ ਲਿਆਏ, ਕੱਪੜੇ ਗਲ ਦੇ ਲੁਹਾ ਕੇ ਵੀ ਲੈ ਆਏ, ਸੋਨਾ ਚਾਂਦੀ ਜੋ ਹੈ ਸਭ ਲੈ ਆਏ। ਤੇ ਉਹ ਮਹਾਤਮਾ ਜਿਹੜਾ ਗੁਰਸਿੱਖ ਸੀ ਨਾ, ਬੜਾ ਨਾਰਾਜ਼ ਹੋਇਆ, ਕਹਿਣ ਲੱਗਾ ਇਹ ਬੜਾ ਵੱਡਾ ਪਾਪ ਕੀਤਾ, ਜਾਓ ਉੱਥੇ ਵਾਪਸ ਕਰਕੇ ਆਓ। ਵਾਪਸ ਕੀਤਾ ਗਿਆ ਸਮਾਨ। ਫਿਰ ਉਹ ਜਿਹੜਾ ਡਾਕੂਆਂ ਦਾ ਸਰਦਾਰ ਸੀ ਨਾ, ਤੇ ਨਾਂ ਸੀ ਲੱਖੂ ਧਾੜਵੀ, ਉਸ ਨੂੰ ਫਿਰ ਉਹ ਗੁਰਸਿੱਖ ਗੁਰੂ ਅਰਜਨ ਸਾਹਿਬ ਦੇ ਕੋਲ ਲੈ ਕੇ ਆਇਆ, ਮੱਥਾ ਟੇਕਿਆ, ਮਹਾਰਾਜ ਇਹ ਡਾਕੂ ਹੈ, ਇਹਨੇ ਅੱਜ ਬੜਾ ਵੱਡਾ ਗੁਨਾਹ ਕੀਤਾ, ਕਿਰਪਾ ਕਰਕੇ ਇਸ ਨੂੰ ਉਪਦੇਸ਼ ਦੇ ਕੇ ਬੰਦਾ ਬਣਾ ਦਿਓ। ਤੇ ਸਤਿਗੁਰਾਂ ਨੇ ਦਿੱਤਾ ਉਪਦੇਸ਼,
ਗੁਰੂ ਦਾ ਦਿੱਤਾ ਉਪਦੇਸ਼ ਇਹੋ ਜਿਹਾ ਕਮਾਇਆ ਵੀ ਜ਼ੁਬਾਨ ਤੋਂ ਹੁਣ ਜਪਜੀ ਸਾਹਿਬ ਦਾ ਪਾਠ ਭੁੱਲਦਾ ਨਹੀਂ ਹੈ। ਚੱਲਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਜਪਜੀ ਸਾਹਿਬ ਦਾ ਪਾਠ, ਹਰ ਵੇਲੇ ਬਾਣੀ ਪੜ੍ਹੀ ਜਾਂਦਾ ਹੈ। ਇੰਨੀ ਬਾਣੀ ਪੜ੍ਹੀ, ਹਿਰਦਾ ਇੰਨਾ ਪਵਿੱਤਰ ਹੋ ਗਿਆ ਬਾਣੀ ਪੜ੍ਹ ਕੇ, ਨਾਮ ਜਪ ਕੇ, ਜਿਸ ਨੂੰ ਲੋਕੀ ਲੱਖੂ ਡਾਕੂ ਕਹਿੰਦੇ ਸਨ, ਧਾੜਵੀ ਕਹਿੰਦੇ ਸਨ, ਰਾਹ ਮਾਰ ਕਹਿੰਦੇ ਸਨ, ਹੁਣ ਉਸ ਨੂੰ ਬਾਬਾ ਜੀ ਕਹਿਣ ਲੱਗ ਪਏ। ਲੱਖੂ ਤੋਂ ਲਖੀਆ ਬਣ ਗਿਆ, ਸਤਿਕਾਰ ਮਿਲ ਗਿਆ। ਤੇ ਭਾਈ ਲਖੀਆ ਜੀ ਦਾ ਹੁਣ ਪ੍ਰਣ ਹੋ ਗਿਆ, ਕਹਿਣ ਲੱਗਾ ਪ੍ਰਸ਼ਾਦਾ ਵੀ ਮੈਂ ਉੱਥੋਂ ਹੀ ਹੁਣ ਛਕਾਂਗਾ ਜਿਹਨੂੰ ਆਪ ਨੂੰ ਜਪਜੀ ਸਾਹਿਬ ਦਾ ਪਾਠ ਆਉਂਦਾ ਹੋਵੇ। ਆਪਾਂ ਬਚਨ ਪੜ੍ਹਦੇ ਹਾਂ, ਮੰਨੈ ਤਰੈ ਤਾਰੇ ਗੁਰਸਿੱਖ। ਗੁਰਸਿੱਖ ਆਪ ਤਰਿਆ, ਗੁਰੂ ਅਰਜਨ ਸਾਹਿਬ ਤੋਂ ਜਪਜੀ ਸਾਹਿਬ ਦੀ ਬਾਣੀ ਦਾ ਵਰ ਬਖਸ਼ਿਸ਼ ਲੈ ਲਿਆ, ਉਪਦੇਸ਼ ਲੈ ਲਿਆ, ਆਪ ਤੇ ਤਰਦਾ ਪਿਆ। ਹੁਣ ਸਿੱਖ ਦੇ ਮਨ ਵਿੱਚ ਆਇਆ ਵੀ ਮੈਂ ਤੇ ਤਰਦਾ ਪਿਆ, ਦੂਜਿਆਂ ਨੂੰ ਵੀ ਤਾਰਨ ਦਾ ਯਤਨ ਕਰਾਂ। ਤੇ ਤਾਰਨ ਦਾ ਤਰੀਕਾ ਇਹ ਹੈ, ਕਹਿਣ ਲੱਗਾ ਵੀ ਮੈਂ ਪ੍ਰਸ਼ਾਦਾ ਉਹਦੇ ਕੋਲੋਂ ਛਕਾਂਗਾ, ਉਹਦੇ ਘਰ ਵਿੱਚ ਜਾ ਕੇ ਛਕਾਂਗਾ ਜਿਸ ਪ੍ਰਸ਼ਾਦਾ ਬਣਾਉਣ ਵਾਲੀ ਬੀਬੀ ਨੂੰ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਯਾਦ ਹੋਵੇ। ਹੁਣ ਮਹਿਮਾ ਬੜੀ ਸਿੱਖ ਦੀ ਫੈਲ ਗਈ ਤੇ ਹਰੇਕ ਬੰਦਾ ਚਾਹੁੰਦਾ ਵੀ ਇਹ ਸਾਡੇ ਘਰੇ ਆ ਕੇ ਪ੍ਰਸ਼ਾਦਾ ਭੋਜਨ ਛਕੇ। ਬੀਬੀਆਂ ਨੇ ਜ਼ੁਬਾਨੀ ਪਾਠ ਜਪਜੀ ਸਾਹਿਬ ਦੇ ਯਾਦ ਕਰ ਲੈ, ਕੇਵਲ ਉਹਨੂੰ ਰੋਟੀ ਖਵਾਉਣ ਵਾਸਤੇ। ਤੇ ਫਿਰ ਇੱਕ ਸਮਾਂ ਇਹੋ ਜਿਹਾ ਆ ਗਿਆ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਕਿ ਬੁੱਧੂ ਦੇ ਆਵੇ ਦੀਆਂ ਇੱਟਾਂ ਪੱਕੀਆਂ ਨਿਕਲਣਗੀਆਂ, ਪਰ ਇਹੋ ਹੀ ਉਹ ਭਾਈ ਲਖੀਆ ਜੀ ਸਨ ਜਿਨ੍ਹਾਂ ਨੇ ਆਖਿਆ ਨਹੀਂ ਆਵਾ ਕੱਚਾ ਰਹੇਗਾ, ਤੇ ਕੱਚਾ ਹੀ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਕੋਲੋਂ ਉਪਦੇਸ਼ ਲੈ ਕੇ ਕਮਾਈ ਕਰਕੇ ਐਸਾ ਜੀਵਨ ਬਣਾ ਲਿਆ ਕਿ ਜ਼ੁਬਾਨ ਦੇ ਹੁਣ ਬਚਨ ਸਫਲੇ ਹੁੰਦੇ ਨੇ। ਕਹਿਣ ਲੱਗਾ ਵੀ ਇੱਟਾਂ ਕੱਚੀਆਂ ਤੇ ਕੱਚੀਆਂ ਹੀ ਰਹਿਣਗੀਆਂ, ਪੱਕੀਆਂ ਨਹੀਂ ਹੋਣਗੀਆਂ। ਆਪਾਂ ਇਹ ਸਾਖੀ ਅੱਗੇ ਸਰਵਣ ਕੀਤੀ ਹੈ, ਇੱਟਾਂ ਕੱਚੀਆਂ ਹੀ ਰਹੀਆਂ, ਪਰ ਉਹ ਗੁਰੂ ਨੇ ਕੋਈ ਹੋਰ ਜੁਗਤੀ ਬਣਾ ਦਿੱਤੀ, ਉਹ ਵੱਖਰੀ ਗੱਲ ਹੈ। ਕਹਿਣ ਤੋਂ ਭਾਵ ਇਹ ਹੈ ਵੀ ਜਿਹੜੇ ਲੋਕ ਧਾੜਵੀ ਸਨ, ਡਾਕੂ ਸਨ, ਮਾੜਾ ਕਰਮ ਕਰਨ ਵਾਲੇ, ਜਿਨ੍ਹਾਂ ਦੀ ਲੋਕ ਨਰਾਦਰੀ ਕਰਦੇ, ਜਿਨ੍ਹਾਂ ਨੂੰ ਲੋਕ ਗਾਲਾਂ ਦਿੰਦੇ, ਜਿਨ੍ਹਾਂ ਦੇ ਮੱਥੇ ਤੇ ਬਦਨਾਮੀ ਦੇ ਕਲੰਕ ਲੱਗੇ ਸਨ ਵੀ ਇਹ ਡਾਕੂ ਹੈ, ਨਾਮ ਜਪ ਕੇ ਇਹੋ ਜੀ ਕੀਰਤੀ ਬਣੀ ਹੈ, ਇਹੋ ਜੀ ਵਡਿਆਈ ਬਣੀ ਹੈ, ਅੱਜ ਲੋਕ ਨਮਸਕਾਰਾਂ ਕਰਦੇ ਤੇ ਉਹਦੇ ਚਰਨ ਆਪਣੇ ਘਰ ਵਿੱਚ ਪਵਾਉਣਾ ਚਾਹੁੰਦੇ। ਤੇ ਚਰਨ ਪਵਾਉਣ ਵਾਸਤੇ ਜਪਜੀ ਸਾਹਿਬ ਦਾ ਪਾਠ ਵੀ ਯਾਦ ਕਰਦੇ ਪਏ। ਤੇ ਦੂਜੀ ਉਦਾਹਰਨ ਸਾਡੇ ਕੋਲ ਬਹਾਦਰ ਬਿਧੀ ਚੰਦ ਦੀ ਹੈ। ਪਹਿਲੇ ਸਮੇਂ ਵਿੱਚ ਚੋਰੀ ਕਰਦੇ, ਪਰ ਜਦੋਂ ਭਾਈ ਅਦਲੀ ਜੀ ਦੀ ਸੰਗਤ ਪ੍ਰਾਪਤ ਹੋਈ, ਗੁਰੂ ਅਰਜਨ ਸਾਹਿਬ ਦੇ ਕੋਲ ਆਏ ਤੇ ਫਿਰ ਇਹੋ ਜਿਹਾ ਗੁਰਸਿੱਖ ਬਣੇ ਕਿ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਉਹਨਾਂ ਦਾ ਵਡਮੁੱਲਾ ਯੋਗਦਾਨ ਹੈ। ਜਿਹੜੇ ਕਾਰਜ ਉਹਨਾਂ ਨੇ ਕੀਤੇ, ਲਾਹੌਰ ਦੇ ਸੰਮਣ ਬੁਰਜ ਵਿੱਚੋਂ ਘੋੜੇ ਕੱਢ ਕੇ ਲੈ ਆਉਣੇ ਤੇ ਪੱਟੀ ਸ਼ਹਿਰ ਦੇ ਰਾਜੇ ਕੋਲੋਂ ਦਿਸ਼ਾਲੇ ਕੱਢ ਕੇ ਲੈ ਆਉਣੇ, ਸਾਰੀਆਂ ਸੇਵਾਵਾਂ ਬਹਾਦਰ ਬਿਧੀ ਚੰਦ ਦੇ ਹਿੱਸੇ ਆਈਆਂ। ਆ ਦੋਨਾਂ ਦੇ ਨਾਮ ਤੋਂ ਸੰਪਰਦਾਇ ਚੱਲਦੀ ਪਈ ਹੈ, ਲੋਕ ਨਮਸਕਾਰਾਂ ਕਰਦੇ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਆਪ ਜਸ ਮਿਟੈ। ਜਿਹੜਾ ਪਹਿਲਾਂ ਹੋ ਚੁੱਕਿਆ ਨਾ ਨਰਾਦਰ ਬਦਨਾਮੀ, ਜੋ ਵੀ ਬੰਦੇ ਨੇ ਕਰਮ ਕੀਤਾ ਉਹ ਮਿਟ ਜਾਂਦਾ ਹੈ। ਹੋਵੇ ਜਗ ਕੀਰਤ, ਦੁਨੀਆ ਵਿੱਚ ਉਹਦੀ ਵਡਿਆਈ ਹੋਣ ਲੱਗ ਪੈਂਦੀ ਹੈ, ਦੁਨੀਆ ਦੇ ਲੋਕ ਉਸ ਨੂੰ ਚੰਗਾ ਕਹਿਣ ਲੱਗ ਪੈਂਦੇ, ਸਿਫਤ ਕਰਨ ਲੱਗ ਪੈਂਦੇ। ਦਰਗਾਹ ਬੈਸਨ ਪਾਈ ਹੈ ਤੇ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ। ਸੱਚਖੰਡ ਦੀ ਪ੍ਰਾਪਤੀ ਵਾਲਾ ਇਹੋ ਜਿਹਾ ਗੁਰਸਿੱਖ ਹੋ ਜਾਂਦਾ ਹੈ। ਜਮ ਕੀ ਤਰਾਸ ਨਾਸ ਹੋਏ ਖਿਨ ਮੈਂ, ਸੁਖ ਆਨੰਦ ਸੇਤੀ ਘਰ ਜਾਈਐ। ਜਮਾਂ ਦੀ ਤਰਾਸ, ਜਮਾਂ ਦਾ ਡਰ। ਜਮਾਂ ਦਾ ਡਰ ਕਿਹਨੂੰ ਨਹੀਂ ਹੈ? ਵੱਡੇ ਵੱਡੇ ਰਾਜੇ ਜਿਹੜੇ ਬੈਠੇ ਨਾ ਵੱਡੇ ਵੱਡੇ ਅਹੁਦਿਆਂ ਤੇ, ਜਿਨ੍ਹਾਂ ਦੇ ਹੁਕਮ ਦੇ ਵਿੱਚ ਦੇਸ਼ ਚੱਲਦੇ ਪਏ ਨੇ, ਉਹਨਾਂ ਨੂੰ ਵੀ ਮੌਤ ਦਾ ਡਰ ਹੈ। ਜਮਾਂ ਦਾ ਡਰ ਹੈ ਵੀ ਕਿਤੇ ਲੈ ਨਾ ਜਾਣ, ਕਿਉਂਕਿ ਕੰਮ ਸਿੱਧਾ ਕੋਈ ਨਹੀਂ ਨਾ ਕੀਤਾ, ਪੁੱਠੇ ਹੀ ਕੀਤੇ, ਮਾੜੇ ਹੀ ਕੀਤੇ, ਦੁੱਖ ਹੀ ਦਿੱਤਾ ਦੁਨੀਆ ਨੂੰ, ਤੇ ਡਰ ਤੇ ਰਹੇਗਾ ਨਾ ਵੀ ਕਦੇ ਮੌਤ ਨਾ ਆ ਜਾਵੇ, ਜਮ ਨਾ ਵੇਖਣੇ ਪੈਣ। ਦੁਨੀਆ ਤੋਂ ਵੱਡੇ ਬੰਦੇ ਨੂੰ ਮੌਤ ਦਾ ਡਰ ਹੈ, ਜਮਾਂ ਦਾ ਡਰ ਹੈ। ਪਰ ਜਿਨ੍ਹੇ ਰੱਬ ਦੀ ਕੀਰਤੀ ਕੀਤੀ ਹੈ, ਜਮ ਕੀ ਤਰਾਸ, ਜਮ ਦਾ ਡਰ ਨਾਸ ਹੋਏ ਖਿਨ ਮੈਂ, ਇੱਕ ਖਿਨ ਵਿੱਚ ਦੂਰ ਹੋ ਜਾਂਦਾ, ਜਮਾਂ ਦਾ ਡਰ ਰਹਿੰਦਾ ਹੀ ਨਹੀਂ।
महाराज रहिंदा क्यों नहीं है? तो पातशाह कहन लगे, नाल नारायण मेरा जमदूत ना आवे नेरे। उन्होंने पता भी जमदूत मेरे नेड़े नहीं आएगा, मेरे तो दूर रहेगा। जिवें अग दे कोलों ठंड दूर रहिंदी है ते सूरज दे कोलों हनेरा दूर रहिंदा है, गुरमुखां दे कोलों इस तरह जम दूर रहिंदा, नेड़े नहीं आउंदा। इस करके जमां दा डर जांदा मुक ते सुख आनंद सेती कर जाइए। सुख ते आनंद दे समेत वो गुरमुख जिहड़े ने सरूप घर दे विच प्राप्त हुंदे, ऐसी दात मिलती है। जाते काल न बिरथी जाइए। इस करके महाराज कहन लगे भी परमेश्वर दे तरफ कीती हुई घल ना कदे खाली नहीं जाती। आपां आम ही ये गल कह दिंदे, फलाने बंदे दे मैं इन्ने काम कीते, मैं इन्नी मदद की, अज उन्हें मेरे काम का मुल कोई नहीं पाया। जदों ये ते मुसीबत सी, मैं भज भज के आउंदा सी, बड़ी मदद की माया करके जां अपने बल करके, जोर करके, जान पछाण करके मैं बड़ी मदद की, पर अज इस बंदे ने मेरी उस कीती हुई मदद का मुल नहीं पाया, मेरे एहसान नूं इन्हें जानिया नहीं। आपां आम ये गल कह दिंदे आ, पर गुरु अर्जन पातशाह कहन लगे, जां ते घाल ना बिरथी जाइए। एक परमेश्वर इहो जिहा जे तू उहदी तरफ नूं कोई घल ना घालेगा तो तैनूं कल नूं ये नहीं कहना पवेगा भी रब ने मेरी घलना का मुल नहीं पाया। प्रभ घालिया किसे का एक तिल ना गवाई। तिल का दाना कितना छोटा हुंदा, हत्थ दे फड़न विच भी नहीं आउंदा। परमात्मा इन्नी जिन्नी भी तेरी कीती मेहनत मशक्कत नूं गवावेगा नहीं भी चलो कोई गल नहीं, इसने एक दिन नाम जपिया रहन दिओ परा, नहीं। एक दिन ते बड़ा वड्डा है, एक घंटा ते बड़ा वड्डा नाम जपिया, एक मिनट ते बड़ा वड्डा नाम जपण दा परमात्मा ते एक तिल जिन्ना समा, एक तिल जिन्नी तेरी कमाई वो भी भुलदा नहीं है भी तू कीती है। दुनिया दे कीते हुए काम दुनिया भुला सकती है, दुनिया ते कीते एहसान दुनिया भुला दिंदी है, परमात्मा नहीं भुलाउंदा। जां ते घाल ना बिरथी जाइए। इस करके कीती हुई घल ना कदे खाली नहीं जाती। असी कई बार सोच लेंदे मैनू इन्ने दिन हो गया गुरुद्वारे आउंदियां, इन्ने दिन हो गया पाठ करदियां, इन्ने दिन हो गया नितनेम करदियां, इन्ने दिन हो गया कथा सुनदियां, पर मेरा तो सौरिया ही कुछ नहीं, मेरा तो बनिया ही कुछ नहीं, मेरी तो गल उन्हें सुनी कोई नहीं है। साडे मन में आ जाती विचार, सानू ये तो दिसदा पिया भी पाठ मैं इन्ने कर लैने, ये तो दिस गया भी इन्ने दिन मैं गुरु घर जा आया, ये तो दिस पिया भी इन्ने दिन कथा कीर्तन नूं सुनिया है, पर तैनू ये नहीं दिसिया भी तू गुनाह पहलां किन्ने कीते सन, पाप पहलां किन्ने कीते सन, वो पाप ते गुनाह तेरे गुरु ने किन्ने मिटा दिते, इस गल का तैनू पता नहीं है। क्योंकि जेता समुंद सागर नीर भरिया तेते अवगुण हमारे। समुंदर विच किन्ना पानी है मिणती कोई नहीं, साडे विच किन्ने गुनाह सन मिणती कोई नहीं है। जिहड़ा तू गुरुद्वारे आउंदा पिया, कथा कीर्तन पाठ सुनदा जां करदा पिया, वो तेरे भरे हुए गुनाहां दे समुंदर विचों पता नहीं गुरु किन्ने कू गुनाह कट्टी जांदा, रोज़ दे रोज़ मुकाई जांदा। एक दिन समा आवेगा तेरे सारे गुनाह माफ़ हो जाएंगे। बख्शन हार बख्श लै नानक पार उतार, वो बख्शन वाला है, तेरे सारिਆਂ ਨੂੰ बख्श लवेगा, तैनू पार कर देवेगा। कल्ले तेरे नहीं बख्शेगा, तू संगत विच आया, तैनू कल्ले नू लाभ नहीं होवेगा, तेरे संगत विच आके बैठन नू नाम जपन करके तेरियां कुलां नू, तेरे खानदान नू, तेरे परिवार दा भला हो जाएगा। ऐसी संगत है, ऐसी महिमा है, तू आया कला चल के है। ते भगत जना के 21 कुल उधारे, गुरबाणी ये फरमान करती है, फैसला दिंदी है भी 21 कुलों का उधार हो जाता नाम जपन वालियां दा। प्रभ घालिया किसे का एक तिल ना गवाईए, बचन पढ़िया ते महाराज इत्थे कहंदे जां ते घाल ना बिरथी जाइए। परमेश्वर की तरफ की हुई घल ना कमाई कदे व्यर्थ नहीं जाती। कदे ना सोचिया कर भी मैनू मिलिया कुछ नहीं।
ਤੈਨੂੰ ਇਹ ਪਤਾ ਵੀ ਇੰਨੇ ਦਿਨ ਮੈਂ ਆਇਆ, ਇੰਨੇ ਦਿਨ ਆ ਕਰਮ ਕੀਤਾ, ਚੰਗੇ ਕਰਮ ਦੀ ਗਿਣਤੀ ਕਰ ਲੈਂਦਾ, ਮਾੜਿਆਂ ਦੀ ਤੇਰੇ ਕੋਲ ਗਿਣਤੀ ਨਹੀਂ ਹੈ। ਕਿੰਨਿਆਂ ਦਾ ਰੋਜ਼ ਦਿਲ ਦੁਖਾਇਆ, ਕਿੰਨਿਆਂ ਦਾ ਰੋਜ਼ ਕੰਮ ਵਿਗਾੜਿਆ, ਕਿੰਨਿਆਂ ਦੇ ਮੂੰਹ ਵਿੱਚੋਂ ਬੁਰਕੀ ਖੋਈ ਹੈ, ਤੇ ਕਿੰਨੇ ਜਨਮ ਤੂੰ ਇਹ ਕੰਮ ਕਰਕੇ ਆਇਆ, ਗਿਣਤੀ ਨਹੀਂ। ਗੁਰੂ ਤੇਰੇ ਉਹਨਾਂ ਗੁਨਾਹਾਂ ਨੂੰ ਮਿਟਾਉਂਦਾ ਪਿਆ, ਮੁਕਾਉਂਦਾ ਪਿਆ ਹੈ, ਐਸੀ ਬਖਸ਼ਿਸ਼ ਕਰਦਾ ਹੈ। ਪਹਿਰ ਸਿਮਰੋ ਪ੍ਰਭ ਆਪਣਾ, ਮਨ ਤਨ ਸਦਾ ਧਿਆਈਐ। ਸਤਿਗੁਰੂ ਕਹਿੰਦੇ 8 ਪਹਿਰ, 8 ਪਹਿਰ ਦਾ ਸਮਾਂ ਅੱਜ ਸਾਨੂੰ ਪਹਿਰ ਦਾ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਹੋਵੇਗਾ। 3 ਘੰਟਿਆਂ ਦਾ ਪਹਿਰ ਮੰਨਿਆ ਜਾਂਦਾ, ਤੇ 8 ਤੀਏ 24, 24 ਘੰਟੇ ਦਾ ਸਮਾਂ। ਪਾਤਸ਼ਾਹ ਕਹਿਣ ਲੱਗੇ 8 ਪਹਿਰ 24 ਘੰਟੇ ਉਹਦੇ ਨਾਮ ਨੂੰ ਜਪ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਹੁਣ ਸਾਡਾ ਸਵਾਲ ਹੋਵੇਗਾ ਵੀ ਜੇ 24 ਘੰਟੇ ਨਾਮ ਜਪਾਂਗਾ ਤੇ ਕੰਮ ਕਦੋਂ ਕਰਾਂਗਾ, ਸੋਵਾਂਗਾ ਕਦੋਂ, ਭੋਜਨ ਕਦੋਂ ਛਕਾਂਗਾ, ਜ਼ਿੰਮੇਵਾਰੀਆਂ ਕਦੋਂ ਸੰਭਾਲਾਂਗਾ। ਸਤਿਗੁਰੂ ਕਹਿਣ ਲੱਗੇ ਹੱਥਾਂ ਪੈਰਾਂ ਦੇ ਨਾਲ ਕੰਮ ਕਰ, ਭੋਜਨ ਛਕ, ਪਰਿਵਾਰ ਦੀ ਪਾਲਣਾ ਕਰ, ਪਰ ਚਿੱਤ ਜਿਹੜਾ ਤੇਰਾ ਅੰਦਰ ਬੈਠਾ ਨਾ ਮਨ, ਉਹ ਰੱਬ ਦੇ ਨਾਲ ਜੋੜ, ਉਹ ਜੁੜਿਆ ਰਵੇ। ਹੁਣ ਸਾਡੇ ਮਨ ਵਿੱਚ ਫਿਰ ਵਿਚਾਰ ਆਵੇਗੀ ਬੰਦਾ ਇੱਕ ਹੈ, 2 ਕੰਮ ਕਿਵੇਂ ਕਰੇ, ਇੱਕ ਸਮੇਂ 2 ਕੰਮ ਕਿਵੇਂ ਕੀਤੇ ਜਾ ਸਕਦੇ, ਕਿਵੇਂ ਹੋ ਸਕਦੇ। ਤੇ ਬੜੀ ਸੌਖੀ ਜੀ ਇਹ ਸਮਝਣ ਵਾਲੀ ਗੱਲ ਹੈ। ਜੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਤੇ ਵਿਦੇਸ਼ ਵਿੱਚੋਂ ਬਾਹਰ ਨਾਲ ਹੀ ਘੁੰਮ ਆਈਦਾ ਮਨ ਦੇ ਖਿਆਲ ਦੇ ਨਾਲ, ਜੇ ਅਸੀਂ ਸੰਗਤ ਵਿੱਚ ਬੈਠੇ ਹਾਂ ਤੇ ਸਾਡਾ ਇੱਥੋਂ ਵੀ ਧਿਆਨ ਘਰ ਵਿੱਚ ਪਹੁੰਚ ਸਕਦਾ, ਸੰਗਤ ਵਿੱਚ ਵੀ ਬੈਠੇ ਹਾਂ, ਧਿਆਨ ਘਰ ਦੇ ਕੰਮ ਦੇ ਵਿੱਚ ਵੀ ਹੈ। ਜੇ ਪਾਠ ਕਰਦਿਆਂ ਧਿਆਨ ਸਾਡਾ ਰਿਸ਼ਤੇਦਾਰੀਆਂ ਵਿੱਚ ਘੁੰਮ ਸਕਦਾ, 2 ਕੰਮ ਤੇ ਫਿਰ ਅਸੀਂ ਪਹਿਲਾਂ ਹੀ ਕਰਦੇ ਪਏ। ਫਰਕ ਸਿਰਫ ਇੰਨਾ ਹੈ ਵੀ ਇਹ ਅਸੀਂ ਬਾਣੀ ਪੜ੍ਹਦਿਆਂ, ਨਾਮ ਜਪਦਿਆਂ ਘਰ ਦੇ ਧਿਆਨ ਵੱਲ ਕੰਮ ਲੈ ਜਾਂਦੇ ਆ, ਉਹੀ ਧਿਆਨ ਜਿਹੜਾ ਹੈ ਨਾ ਕੰਮ ਕਰਦਿਆਂ ਪਰਮੇਸ਼ਰ ਵੱਲ ਲੈ ਕੇ ਆਉਣਾ ਹੈ। ਸਿਰਫ ਥੋੜ੍ਹਾ ਜਿਹਾ ਬਦਲਾਵ ਕਰਨਾ ਹੈ, ਕਰਮ ਉਹੀ ਹੈ ਜਿਹੜਾ ਪਹਿਲਾਂ ਕਰਦੇ ਪਏ। ਪਹਿਲਾਂ ਪਾਠ ਕਰਦਿਆਂ ਅਸੀਂ ਆਪਣਾ ਧਿਆਨ ਕੰਮ ਵੱਲ ਲੈ ਜਾਂਦੇ, ਘਰ ਵੱਲ ਲੈ ਜਾਂਦੇ। ਹੁਣ ਜਿਹੜਾ ਹੈ ਉਹ ਕਰਮ ਕਰਦਿਆਂ ਧਿਆਨ ਜਿਹੜਾ ਹੈ ਗੁਰਬਾਣੀ ਵੱਲ ਲੈ ਕੇ ਆਉਣਾ, ਨਾਮ ਦੇ ਵੱਲ ਲੈ ਕੇ ਆਉਣਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ 8 ਪਹਿਰ ਸਿਮਰੋ ਪ੍ਰਭ ਆਪਣਾ, ਮਨ ਤਨ ਸਦਾ ਧਿਆਈਐ। ਮਨ ਕਰਕੇ ਵੀ ਔਰ ਤਨ ਸਰੀਰ ਕਰਕੇ ਵੀ ਉਹਨੂੰ ਧਿਆਉਣਾ ਕਰ। ਰਹਾਉ ਮੋਹਿ ਸਰਨ ਦੀਨ ਦੁਖ ਭੰਜਨ, ਤੂੰ ਦੇਹ ਸੋਈ ਪ੍ਰਭ ਪਾਈਐ। ਉਹ ਜਿਹੜਾ ਪਰਮਾਤਮਾ ਹੈ ਨਾ, ਦੀਨਾਂ ਦੇ ਦੁੱਖਾਂ ਨੂੰ ਭੰਨਣ ਵਾਲਾ। ਦੀਨ ਕਹਿੰਦੇ ਨੇ ਗਰੀਬ ਨੂੰ, ਦੀਨ ਕਹਿੰਦੇ ਨੇ ਜਿਹੜਾ ਸ਼ਰਨ ਵਿੱਚ ਆ ਗਿਆ, ਜਿਹਨੇ ਆ ਕੇ ਤਰਲਾ ਕੱਢਿਆ ਵੀ ਹੇ ਪਰਮਾਤਮਾ ਮੈਨੂੰ ਬਚਾ। ਤਰਾਹੇ ਤਰਾਹੇ ਸਰਨ ਸੁਆਮੀ, ਐ ਸੁਆਮੀ ਮੇਰੀ ਹਾਹਾਕਾਰ ਹੈ, ਮੈਨੂੰ ਬਚਾ, ਮੈਨੂੰ ਦੁੱਖਾਂ ਤੋਂ ਬਚਾ। ਮੇਰੇ ਸਿਰ ਤੇ ਹੱਥ ਰੱਖ। ਜਦੋਂ ਤਰਲਾ ਕਰੇਗਾ ਨਾ, ਆ ਕੇ ਮਿੰਨਤ ਕਰੇਗਾ, ਦੋਏ ਕਰ ਜੋੜ, ਕਰੋ ਕਰੋ ਕਰੀ ਬੇਨੰਤੀ, ਠਾਕੁਰ ਆਪਣਾ ਧਿਆਇਆ। ਜਦੋਂ ਦੋਵੇਂ ਹੱਥ ਜੋੜ ਕੇ ਤਰਲਾ ਕਰੇਗਾ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਮੋਹੇ ਸਰਨ, ਮੈਨੂੰ ਸ਼ਰਨ ਦੇ, ਇਹ ਦੀਨਾਂ ਦੇ ਦੁੱਖ ਭੰਜਣ ਵਾਲਿਆ, ਮੇਰੇ ਤੇ ਕਿਰਪਾ ਕਰ, ਮੇਰਾ ਵੀ ਦੁੱਖ ਭੰਨ ਦੇ, ਦੁੱਖ ਦੂਰ ਕਰ ਦੇ। ਉਹ ਫਿਰ ਤੇਰੇ ਤੇ ਕਿਰਪਾ ਕਰੇਗਾ, ਤੈਨੂੰ ਬਖਸ਼ਿਸ਼ ਕਰੇਗਾ ਤੇ ਤੈਨੂੰ ਪ੍ਰਾਪਤ ਹੋਵੇਗੀ ਜਦੋਂ ਤਰਲਾ ਕਰੇਗਾ। ਮਾਂ ਵੀ ਬੱਚੇ ਨੂੰ ਦੁੱਧ ਉਦੋਂ ਦਿੰਦੀ ਹੈ ਜਦੋਂ ਬੱਚਾ ਮੰਗਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ। ਜਿੰਨਾ ਚਿਰ ਖੇਡਦਾ ਖੇਡੀ ਜਾਵੇ। ਤੇ ਪਾਤਸ਼ਾਹ ਕਹਿਣ ਲੱਗੇ ਗੁਰੂ ਤੈਨੂੰ ਬਖਸ਼ੇਗਾ, ਪਰਮਾਤਮਾ ਤੈਨੂੰ ਬਖਸ਼ੇਗਾ ਜਦੋਂ ਤਰਲਾ ਕਰੇਗਾ ਵੀ ਤੂੰ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ, ਮੇਰੇ ਤੇ ਵੀ ਆ ਬਿਪਤਾ, ਮੇਰੇ ਤੇ ਕਿਰਪਾ ਕਰ, ਦੂਰ ਕਰ ਦੇਵੇਗਾ ਤੇਰੇ ਦੁੱਖ। ਇਸੇ ਤਰ੍ਹਾਂ ਜਦੋਂ ਬੇਨਤੀ ਕਰੇਗਾ ਪਰਮਾਤਮਾ ਮੇਰੀ ਝੋਲੀ ਦੇ ਵਿੱਚ ਨਾਮ ਦੀ ਖੈਰ ਪਾ। ਸੇਖ ਫਰੀਦਾ ਖੈਰ ਦੀਜੈ ਬੰਦਗੀ। ਨਾਮ ਜਪਣ ਵਾਲਿਆਂ ਨੇ ਹਰ ਵੇਲੇ ਬੰਦਗੀ ਮੰਗੀ ਹੈ, ਹਰ ਵੇਲੇ ਨਾਮ ਮੰਗਿਆ। ਜਿਨ੍ਹਾਂ ਨੇ ਨਾਮ ਜਪਿਆ ਨਾ, ਉਹਨਾਂ ਨੇ ਨਾਮ ਤੋਂ ਬਿਨਾਂ ਕੁਝ ਮੰਗਿਆ ਹੀ ਨਹੀਂ। ਹੁਣ ਬਾਬਾ ਫਰੀਦ ਸਾਹਿਬ ਵਰਗਾ ਦਰਵੇਸ਼ ਮਹਾਤਮਾ ਨਾਮ ਜਪਣ ਵਾਲਾ, ਉਹ ਵੀ ਕਹਿੰਦਾ ਪਿਆ ਵੀ ਮੈਨੂੰ ਪਰਮਾਤਮਾ ਜੇ ਖੈਰ ਪਾਉਣੀ ਹੈ ਤੇ ਬੰਦਗੀ ਦੀ ਖੈਰ ਪਾ, ਮੈਂ ਹੋਰ ਬੰਦਗੀ ਕਰਾਂ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਤਰਲਾ ਕਰੇਗਾ ਉਹ ਪਰਮਾਤਮਾ ਤੈਨੂੰ ਦੇਵੇਗਾ, ਫਿਰ ਤੇ ਜਦੋਂ ਦੇਵੇਗਾ ਨਾਮ ਦੀ ਖੈਰ ਫਿਰ ਤੈਨੂੰ ਪ੍ਰਾਪਤ ਹੋਣੀ ਹੈ। ਚਰਨ ਕਮਲ ਨਾਨਕ ਰੰਗ ਰਾਤੇ, ਹਰ ਦਾਸੈ ਪੈਜ ਰਖਾਈਐ। ਜਿਹੜੇ ਦਾਸ ਬਣ ਕੇ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਰੰਗ ਕਹੀਏ ਪ੍ਰੇਮ ਦੇ ਵਿੱਚ ਰਾਤੇ ਕਹੀਏ ਰੰਗੇ ਗਏ ਨੇ, ਜਿਹੜੇ ਸੇਵਕ ਬਣ ਕੇ ਗੁਰੂ ਦੇ ਚਰਨਾਂ ਦੇ ਪ੍ਰੇਮੀ ਬਣ ਕੇ ਜਿਹੜੇ ਰੰਗੇ ਗਏ ਨੇ, ਉਹਨਾਂ ਦੀ ਪੈਜ ਰਖਾਈਏ। ਫਿਰ ਪੈਜ ਰੱਖ ਲੈਂਦਾ, ਫਿਰ ਇੱਜ਼ਤ ਰੱਖ ਲੈਂਦਾ ਹੈ, ਉਹਨਾਂ ਦੀ ਇੱਜ਼ਤ ਨੂੰ ਬਰਬਾਦ ਨਹੀਂ ਹੋਣ ਦਿੰਦਾ। ਸਾਖੀ ਸਾਡੇ ਕੋਲ, ਇਤਿਹਾਸ ਸਾਡੇ ਕੋਲ ਹੈ। ਕਹਿਣ ਲੱਗੇ ਵੀ ਦ੍ਰੋਪਦੀ ਦਾ, ਜੇ ਦ੍ਰੋਪਦੀ ਨੇ ਧਿਆਨ ਧਾਰਿਆ ਤੇ ਉਹਦੀ ਇੱਜ਼ਤ ਨੂੰ ਉਹਨੇ ਤਾਰ ਨਹੀਂ ਹੋਣ ਦਿੱਤਾ, ਦੁਨੀਆ ਦੇ ਸਾਹਮਣੇ ਨੰਗਿਆਂ ਨਹੀਂ ਹੋਣ ਦਿੱਤਾ, ਢੱਕ ਲਿਆ ਨਾ। ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ, ਪੂਰੇ ਤੇ ਕਾਜ। ਬਚਨ ਹੈ ਗੁਰਬਾਣੀ ਦਾ, ਜਿਹੜੇ ਸ਼ਰਨ ਵਿੱਚ ਆਏ ਨੇ ਉਹਨਾਂ ਦੀ ਇੱਜ਼ਤ ਉਹਨੇ ਜਾਣ ਵੀ ਨਹੀਂ ਦਿੱਤੀ ਹੈ। ਐਸੀ ਬਖਸ਼ਿਸ਼ ਹੁੰਦੀ ਹੈ। ਗੁਜਰੀ ਮਹੱਲਾ ਪੰਜਵਾ। ਵਿਸਵੰਬਰ ਜੀਵਨ ਕੋ ਦਾਤਾ, ਭਗਤ ਭਰੇ ਭੰਡਾਰ। ਪਾਤਸ਼ਾਹ ਕਹਿਣ ਲੱਗੇ ਉਹ ਅਕਾਲ ਪੁਰਖ ਜਿਹੜਾ ਨਾ ਵਿਸਵ ਨਾਮ ਹੈ ਸੰਸਾਰ ਦਾ, ਤੇ ਸੰਸਾਰ ਸਾਰੇ ਨੂੰ ਉਹ ਭਰਨ ਵਾਲਾ ਪਦਾਰਥ ਦੇ ਕੇ। ਸਾਨੂੰ ਤੇ ਸਾਡੇ ਪੇਟ ਦੀ ਚਿੰਤਾ ਨਾ ਵੀ ਮੇਰਾ ਪੇਟ ਭਰ ਜਾਵੇ ਅੰਨ ਦੇ ਨਾਲ, ਭੋਜਨ ਦੇ ਨਾਲ, ਮੇਰਾ ਘਰ ਭਰ ਜਾਵੇ ਧਨ ਤੇ ਪਦਾਰਥਾਂ ਦੇ ਨਾਲ, ਮੇਰਾ ਪਰਿਵਾਰ ਮਾਲਾ ਮਾਲ ਹੋ ਜਾਵੇ ਵਿਭੂਤੀ ਦੇ ਨਾਲ। ਸਾਨੂੰ ਕੇਵਲ ਆਪਣੀ ਫਿਕਰ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਵਿਸਵੰਭਰ, ਉਹ ਤੇ ਸੰਸਾਰ ਨੂੰ ਭਰਨ ਵਾਲਾ। ਉਹ ਜਿਹੜੇ ਨਿੱਕੇ ਨਿੱਕੇ ਬੋਟ ਆਲ੍ਹਣਿਆਂ ਵਿੱਚ ਬੈਠੇ ਨੇ, ਉਹਨੂੰ ਉਹਨਾਂ ਦੀ ਵੀ ਫਿਕਰ ਹੈ ਵੀ ਇਹਨਾਂ ਦਾ ਪੇਟ ਵੀ ਭਰਨਾ ਹੈ। ਜਿਹੜੇ ਵੱਡੇ ਵੱਡੇ ਪਹਾੜਾਂ ਦੀਆਂ ਕੁੰਦਰਾਂ ਦੇ ਵਿੱਚ ਬੈਠੇ ਹੋਏ ਬਰਫੀਲੀਆਂ ਜਗ੍ਹਾ 'ਤੇ, ਉਹਨੂੰ ਉਹਨਾਂ ਦੀ ਵੀ ਫਿਕਰ ਹੈ। ਜਿਹੜੇ ਸਮੁੰਦਰਾਂ ਵਿੱਚ ਬੈਠੇ ਨੇ ਉਸ ਪ੍ਰਮਾਤਮਾ ਨੂੰ ਉਹਨਾਂ ਦੀ ਵੀ ਫਿਕਰ ਹੈ। ਤੇ ਜਿਹੜੇ ਸਮੁੰਦਰ ਵਿੱਚ ਪਾਣੀ ਪੀਣਾ ਚਾਹੁੰਦੇ ਨੇ ਪਰ ਉਹ ਸਮੁੰਦਰ ਦਾ ਖਾਰਾ ਪਾਣੀ ਹੋਣ ਕਰਕੇ ਪੀਂਦੇ ਨਹੀਂ ਪਏ, ਉਹ ਪ੍ਰਮਾਤਮਾ ਨੂੰ ਉਹਨਾਂ ਦੀ ਵੀ ਫਿਕਰ, ਉਹਨਾਂ ਵਾਸਤੇ ਵੀ ਉਹ ਬਾਰਿਸ਼ ਕਰਦਾ ਪਿਆ। ਵਿਸਵੰਭਰ, ਸਾਰੇ ਸੰਸਾਰ ਦਾ ਪੇਟ ਉਹ ਭਰਨ ਵਾਲਾ। ਭਾਵੇਂ ਕੋਈ ਬਰਫੀਲੇ ਪਹਾੜਾਂ ਵਿੱਚ ਬੈਠਾ ਹੈ, ਭਾਵੇਂ ਕੋਈ ਸਮੁੰਦਰਾਂ ਦੇ ਪਾਣੀ ਵਿੱਚ ਬੈਠਾ ਹੋਇਆ ਹੈ, ਇਸੇ ਤਰ੍ਹਾਂ ਭਾਵੇਂ ਨਿੱਕੇ ਨਿੱਕੇ ਬੋਟ ਪੰਛੀਆਂ ਦੇ ਆਲ੍ਹਣੇ ਵਿੱਚ ਬੈਠੇ ਨੇ, ਸਾਰਿਆਂ ਨੂੰ ਉਹ ਭਰਦਾ ਪਿਆ ਹੈ। ਵਿਸਵੰਭਰ ਜੀਵਨ ਕੋ ਦਾਤਾ, ਸਾਰੇ ਜੀਵਾਂ ਦਾ ਉਹ ਦਾਤਾ, ਸਾਰਿਆਂ ਦੇ ਪੇਟ ਨੂੰ ਭਰਨ ਵਾਲਾ। ਭਗਤੀ ਭਰੇ ਭੰਡਾਰ, ਉਹਦੇ ਭੰਡਾਰੇ ਜਿਹੜੇ ਭਗਤੀ ਦੇ ਭਰੇ ਹੋਏ, ਲਬਾ ਲੱਭ ਭਰੇ ਹੋਏ। ਜਾਂ ਜਿਹੜੇ ਉਹਦੇ ਮਹਾਤਮਾ ਨੇ, ਉਹਨਾਂ ਮਹਾਤਮਿਆਂ ਦੇ ਹਿਰਦੇ ਰੂਪੀ ਭਾਂਡੇ ਜਿਹੜੇ ਨੇ ਉਹ ਨਾਮ ਅੰਮ੍ਰਿਤ ਦੇ ਭਰੇ ਹੋਏ ਹਨ। ਜਾ ਕੀ ਸੇਵਾ ਨਿਫਲ ਨ ਹੋਵਤ, ਖਿਨ ਮਹਿ ਕਰੇ ਉਧਾਰ। ਪਰਮੇਸ਼ਰ ਦੀ ਕੀਤੀ ਹੋਈ ਸੇਵਾ ਕਦੇ ਨਿਸਫਲ ਨਹੀਂ ਜਾਂਦੀ ਹੈ। ਗੁਰੂ ਘਰ ਦੇ ਵਿੱਚ ਆ ਕੇ ਤੂੰ ਝਾੜੂ ਫੇਰਿਆ, ਕੋਈ ਚਾਦਰ ਵਿਛਾਈ ਹੈ, ਕੋਈ ਪੋਚਾ ਲਾਇਆ, ਤੇ ਇਹ ਨਾ ਸੋਚ ਵੀ ਮੈਂ ਆਪਣਾ ਸਮਾਂ ਲਾ ਦਿੱਤਾ ਤੇ ਮਿਲਿਆ ਕੁਝ ਨਹੀਂ ਹੈ। ਮਹਾਰਾਜ ਕਹਿਣ ਲੱਗੇ ਜਾ ਕੀ ਸੇਵਨਾ ਨਿਫਲ ਹੋਤ, ਪਰਮਾਤਮਾ ਦੀ ਗੁਰੂ ਦੀ ਕੀਤੀ ਸੇਵਾ ਕਦੇ ਨਿਸਫਲ ਨਹੀਂ ਜਾਂਦੀ, ਕਦੇ ਖਾਲੀ ਨਹੀਂ ਜਾਂਦੀ। ਉਹ ਕੁਝ ਨਾ ਕੁਝ ਤੈਨੂੰ ਦੇਵੇਗੀ ਸਮਾਂ ਆਉਣ ਤੇ ਪਾਤਸ਼ਾਹ ਕਹਿਣ ਲੱਗੇ ਖਿਨ ਮਹਿ ਕਰੇ ਉਧਾਰ। ਤੇ ਜੇ ਤੇਰੀ ਸੇਵਾ ਵੇਖ ਕੇ ਗੁਰੂ ਖੁਸ਼ ਹੋ ਗਿਆ, ਇੱਕ ਖਿਣ ਦੇ ਵਿੱਚ ਤੇਰਾ ਉਧਾਰ ਵੀ ਕਰ ਦੇਵੇਗਾ। ਜਿਵੇਂ ਸੇਵਾ ਕੀਤੀ ਹੈ ਭਾਈ ਮਹਾਂ ਸਿੰਘ ਜੀਆਂ ਨੇ, ਤੇ ਸਤਿਗੁਰੂ ਉਹਦੀ ਸੇਵਾ ਵੇਖ ਕੇ ਇੰਨੇ ਖੁਸ਼ ਹੋਏ, ਕਹਿਣ ਲੱਗੇ ਮੰਗ ਫਿਰ ਕੀ ਚਾਹੀਦਾ। ਤੇ ਫਿਰ ਉਸਨੇ ਆਖਿਆ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਮਹਾਰਾਜ ਟੁੱਟੀ ਗੰਢ ਲਓ। ਸੇਵਾ ਵੇਖ ਕੇ ਭਾਈ ਮੰਝ ਜੀਆਂ ਦੀ ਗੁਰੂ ਅਰਜਨ ਸਾਹਿਬ ਖੁਸ਼ ਹੋ ਗਿਆ, ਕਹਿਣ ਲੱਗੇ ਭਾਈ ਮੰਝ ਕੀ ਚਾਹੀਦਾ ਮੰਗ ਲੈ। ਕਿੰਨੀਆਂ ਉਦਾਹਰਣਾਂ ਨੇ ਸਾਡੇ ਕੋਲ। ਉਹ ਪਰਮਾਤਮਾ ਫਿਰ ਪ੍ਰਸੰਨ ਹੋ ਜਾਂਦਾ ਹੈ। ਸੇਵਾ ਵੇਖ ਕੇ ਇੱਕ ਖਿਣ ਦੇ ਵਿੱਚ ਹੀ ਉਧਾਰ ਕਰ ਦਿੰਦਾ, ਮੁਆਫ ਕਰਕੇ ਮੁਕਤ ਕਰ ਦਿੰਦਾ ਹੈ। ਮਨ ਮੇਰੇ ਚਰਨ ਕਮਲ ਸੰਗ ਰਾਚ, ਐ ਮੇਰਿਆ ਮਨਾ ਪਰਮਾਤਮਾ ਦੇ ਜਿਹੜੇ ਚਰਨ ਕਮਲਾਂ ਵਰਗੇ ਨੇ, ਤੂੰ ਵੀ ਉਹਨਾਂ ਦੇ ਰੰਗ ਵਿੱਚ ਰੰਗ ਜਾਣਾ ਕਰ। ਸਗਲ ਜੀ ਜਾ ਕੋ ਅਰਾਧ ਹੈ, ਤਾਹੂ ਕਉ ਤੂੰ ਜਾਚ। ਜਿਸ ਪਰਮਾਤਮਾ ਨੂੰ ਗੁਪਤ ਜਾਂ ਪ੍ਰਗਟ ਮੰਗਦੇ ਪਏ ਨੇ, ਤੂੰ ਵੀ ਉਸ ਪਰਮਾਤਮਾ ਨੂੰ ਮੰਗ। ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ
ਕਿਆ ਵਿਚਾਰੇ। ਪੜ੍ਹਿਆ ਨਾ ਸੋਦਰ ਦਾ ਬਚਨ। ਤੇ ਪਾਤਸ਼ਾਹ ਜੀ ਨੇ ਸਾਰਿਆਂ ਦਾ ਨਾਮ ਲੈ ਕੇ ਫਿਰ ਬਾਅਦ ਵਿੱਚ ਆਖਿਆ, ਪਰਮਾਤਮਾ ਇਹਦੇ ਤੋਂ ਬਿਨਾਂ ਹੋਰ ਪਤਾ ਨਹੀਂ ਕਿੰਨੇ ਕੁ ਤੈਨੂੰ ਮੰਗਦੇ ਪਏ, ਤੈਨੂੰ ਜਪਦੇ ਪਏ ਨੇ, ਉਹਨਾਂ ਦੀ ਵਿਚਾਰ ਕਰਨ ਤੋਂ ਬਾਹਰੀ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਸਗਲ ਜੀ ਜਾ ਕੋ ਆਰਾਧਿਆ। ਜਿੰਨੇ ਵੀ ਤਮਾਮ ਜੀਵ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪਰਮਾਤਮਾ ਨੂੰ ਆਰਾਧਦੇ ਪਏ ਨੇ, ਭਾਵੇਂ ਪਸ਼ੂ ਤੇ ਭਾਵੇਂ ਪੰਛੀ ਨੇ, ਉਹ ਪਰਮਾਤਮਾ ਨੂੰ ਯਾਦ ਕਰਦੇ ਪਏ। ਤਾਹੂ ਕੋ ਤੂੰ ਜਾਚ, ਬੰਦਿਆ ਤੂੰ ਵੀ ਉਹਨੂੰ ਮੰਗ ਜਿਹਨੂੰ ਸਾਰੇ ਮੰਗਦੇ ਹਨ। ਰਹਾਉ ਨਾਨਕ ਸਰਨ ਤੁਮਾਰੀ ਕਰਤੇ, ਤੂੰ ਪ੍ਰਭ ਪ੍ਰਾਨ ਆਧਾਰ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਐ ਕਰਤੇ ਅਕਾਲ ਪੁਰਖ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਅਤੇ ਤੂੰ ਮੇਰੇ ਪ੍ਰਾਨ ਆਧਾਰ, ਤੁਸੀਂ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੋ। ਹੋਏ ਸਹਾਈ ਜਿਸ ਤੂੰ ਰੱਖ ਹੈ, ਤਿਸ ਕਹਾ ਕਰੇ ਸੰਸਾਰ। ਜਿਸ ਦੀ ਪਰਮਾਤਮਾ ਰੱਖਿਆ ਕਰੇ ਜਾਂ ਸਹਾਇਤਾ ਕਰੇ ਤੇ ਦੁਨੀਆ ਉਹਦਾ ਕੀ ਵਿਗਾੜ ਸਕਦੀ ਹੈ। ਬਾਲ ਨਾ ਬਾਂਕਾ ਕਰ ਸਕੈ, ਜੋ ਸਭ ਜਗ ਵੈਰੀ ਹੋਏ। ਆਪਾਂ ਆਖਦੇ ਤੂੰ ਮੈਨੂੰ ਹੱਥ ਲਾਉਣਾ ਤੇ ਦੂਰ ਦੀ ਗੱਲ, ਤੂੰ ਮੇਰੇ ਵਾਲ ਨੂੰ ਹੱਥ ਨਹੀਂ ਲਾ ਸਕਦਾ, ਮੇਰੇ 'ਚ ਇੰਨੀ ਪਹੁੰਚ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰੱਬ ਦੇ ਭਗਤਾਂ ਦੀ ਇਹ ਪਹੁੰਚ ਹੈ, ਜਿਹਦੀ ਰੱਖਿਆ ਪਰਮੇਸ਼ਰ ਕਦੇ ਉਹਦੇ ਤੇ ਵਾਲ ਵੱਲ ਨਹੀਂ ਕੋਈ ਵੇਖ ਸਕਦਾ, ਉਹਦੇ ਵੱਲ ਵੇਖਣਾ ਤੇ ਦੂਰ ਦੀ ਗੱਲ ਹੈ। ਹੋਏ ਸਹਾਈ, ਪਾਤਸ਼ਾਹ ਕਹਿਣ ਲੱਗੇ ਕਿ ਜਿਸ ਨੂੰ ਉਹ ਪਰਮਾਤਮਾ ਰੱਖ ਲੈਂਦਾ, ਸੰਸਾਰ ਉਹਦਾ ਫਿਰ ਵਾਲ ਨਹੀਂ ਵਿੰਗਾ ਕਰ ਸਕਦਾ, ਸੰਸਾਰ ਉਹਦਾ ਕੁਝ ਵਿਗਾੜ ਨਹੀਂ ਸਕਦਾ, ਉਹ ਐਸੀ ਰੱਖਿਆ ਕਰਦਾ ਹੈ। ਗੁਜਰੀ ਮਹੱਲਾ ਪੰਜਵਾ। ਜਨ ਕੀ ਪੈਜ ਸਵਾਰੀ ਆਪ। ਜਿਨ੍ਹਾਂ ਜਨਾਂ ਦੀ ਭਗਤਾਂ ਦੀ ਉਹ ਪਰਮਾਤਮਾ ਪੈਜ ਸਵਾਰ ਦਿੰਦਾ, ਇੱਜ਼ਤ ਸਵਾਰ ਦਿੰਦਾ ਹੈ। ਹਰ ਹਰ ਨਾਮ ਦਿਓ ਗੁਰ ਔਖਦ, ਉਤਰ ਗਇਓ ਸਭ ਤਾਪ। ਜਿਵੇਂ ਬੁਖਾਰ ਚੜ੍ਹਨ ਤੇ ਸਾਨੂੰ ਦਵਾਈ ਖਾਣੀ ਪੈਂਦੀ ਹੈ ਤੇ ਦਵਾਈ ਖਾ ਕੇ ਬੁਖਾਰ ਉਤਰ ਜਾਂਦਾ ਹੈ, ਇਸੇ ਤਰ੍ਹਾਂ ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਕੋਲ ਨਾਮ ਰੂਪੀ ਦਵਾਈ ਹੈ। ਇਹ ਜਿਹੜੇ ਤਾਪ ਨੇ ਨਾ, ਆਦੀ ਵਿਆਦੀ ਤੇ ਉਪਾਦੀ, ਇਹਨਾਂ ਤਿੰਨਾਂ ਤਾਪਾਂ ਨੂੰ ਗੁਰੂ ਨਾਸ ਕਰ ਦਿੰਦਾ, ਦੂਰ ਕਰ ਦਿੰਦਾ ਹੈ। ਭਾਵੇਂ ਉਹ ਸਰੀਰ ਬਿਮਾਰ ਹੈ, ਇਹ ਬਿਮਾਰੀ ਵੀ ਗੁਰੂ ਦੇ ਨਾਮ ਦੇ ਨਾਲ ਦੂਰ ਹੋ ਜਾਂਦੀ ਹੈ। ਭਾਵੇਂ ਮਨ ਨੂੰ ਕੋਈ ਰੋਗ ਲੱਗਾ ਤੇ ਉਹ ਵੀ ਦੂਰ ਹੋ ਜਾਂਦਾ ਹੈ। ਭਾਵੇਂ ਤੇਰੇ ਤੇ ਕੋਈ ਬਾਹਰੋਂ ਬਿਪਤਾ ਆ ਕੇ ਪੈ ਗਈ ਹੈ, ਕੋਈ ਡੰਡੇ ਸੋਟੇ ਦੇ ਨਾਲ ਤੇਰਾ ਸਰੀਰ ਵੱਢਿਆ ਕੱਟਿਆ ਗਿਆ, ਤੇਰੇ ਤੇ ਕੋਈ ਮੁਕੱਦਮਾ ਪੈ ਗਿਆ, ਗੁਰੂ ਉਹਦੇ ਤੋਂ ਵੀ ਰੱਖਿਆ ਕਰ ਲੈਂਦਾ। ਪਾਤਸ਼ਾਹ ਕਹਿਣ ਲੱਗੇ, ਔਖਦ ਹਰ ਹਰ ਨਾਮ ਦਿਓ ਗੁਰ ਔਖਦ, ਤੇ ਤਾਪ ਨੂੰ ਉਹ ਦੂਰ ਕਰ ਦਿੰਦਾ ਨਾਮ ਦੀ ਦਵਾਈ ਬਖਸ਼ਿਸ਼ ਕਰਕੇ। ਰਹਾਉ ਹਰ ਗੋਬਿੰਦ ਰੱਖਿਓ ਪਰਮੇਸ਼ਰ, ਆਪਣੀ ਕਿਰਪਾ ਧਾਰ। ਇਹ ਜੋ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀਆਂ ਨੇ ਉਦੋਂ ਬਖਸ਼ਿਸ਼ ਕੀਤਾ ਜਦੋਂ ਗੁਰੂ ਅਰਜਨ ਸਾਹਿਬ ਜੀਆਂ ਦੇ ਸਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਰੀਰ ਦੇ ਉੱਪਰ ਸੀਤਲਾ ਚੇਚਕ ਦੇ ਨਿਸ਼ਾਨ ਹੋ ਗਏ। ਬਿਮਾਰੀ ਨੇ ਬਹੁਤ ਜ਼ਿਆਦਾ ਗ੍ਰਸ ਲਿਆ। ਉਸ ਤੋਂ ਮਗਰੋਂ ਹੌਲੀ ਹੌਲੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਠੀਕ ਹੋ ਗਏ ਤੇ ਸਤਿਗੁਰੂ ਇਹ ਸ਼ੁਕਰਾਨੇ ਦਾ ਇੱਥੇ ਬਚਨ ਜਿਹੜਾ ਲਿਖਦੇ ਪਏ, ਕਹਿਣ ਲੱਗੇ, ਜਨ ਕੀ ਪੈਜ ਸਵਾਰੀ ਆਪ, ਅਸੀਂ ਤੇ ਉਹਦੇ ਜਨ ਭਗਤਾਂ ਤੇ ਸਾਡੀ ਇੱਜ਼ਤ ਉਸਨੇ ਸਵਾਰੀ ਹੈ। ਹਰ ਗੋਬਿੰਦ ਰਾਖਿਓ ਪਰਮੇਸ਼ਰ, ਸਾਡੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਪ ਹੱਥ ਦੇ ਕੇ ਪਰਮੇਸ਼ਰ ਨੇ ਰੱਖਿਆ, ਆਪਣੀ ਕਿਰਪਾ ਧਾਰ, ਆਪਣੀ ਐਸੀ ਬਖਸ਼ਿਸ਼ ਕੀਤੀ ਹੈ। ਮਿਟੀ ਬਿਆਦ ਸਰਬ ਸੁਖ ਹੋਏ, ਹਰ ਗੁਣ ਸਦਾ ਵਿਚਾਰ। ਇਹ ਜਿਹੜੀ ਬਿਆਦ ਬਿਮਾਰੀ ਸੀ ਨਾ, ਇਹ ਮਿਟ ਗਈ ਹੈ ਪਰਮੇਸ਼ਰ ਦੀ ਕਿਰਪਾ ਦੇ ਨਾਲ, ਤੇ ਉਹਦੇ ਗੁਣਾਂ ਦੀ ਅਸੀਂ ਵਿਚਾਰ ਕਰਦੇ, ਉਹਦੇ ਗੁਣਾਂ ਨੂੰ ਅਸੀਂ ਪੜ੍ਹਦੇ ਹਾਂ, ਉਹਦੇ ਗੁਣਾਂ ਨੂੰ ਯਾਦ ਕਰਦੇ ਹਾਂ। ਅੰਗੀਕਾਰ ਕੀਓ ਮੇਰੇ ਕਰਤਾ, ਗੁਰ ਪੂਰੇ ਕੀ ਵਡਿਆਈ। ਜਿਨ੍ਹਾਂ ਦਾ ਉਹ ਅੰਗੀਕਾਰ ਕਰਦਾ, ਅੰਗੀਕਾਰ ਤੋਂ ਭਾਵ ਹੁੰਦਾ ਪੱਖ ਕਰਨਾ, ਹਮਾਇਤ ਕਰਨੀ। ਜਿਨ੍ਹਾਂ ਦੀ ਉਹ ਹਮਾਇਤ ਕਰਦਾ ਹੈ, ਜਿਨ੍ਹਾਂ ਦਾ ਪੱਖ ਕਰਦਾ ਹੈ, ਜਿਨ੍ਹਾਂ ਦੀ ਉਹ ਸਾਈਡ ਲੈ ਲੈਂਦਾ ਨਾ ਪਰਮਾਤਮਾ, ਉਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਅੰਗੀਕਾਰ ਕੀਓ ਮੇਰਾ ਕਰਤਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਉਹ ਪਰਮਾਤਮਾ ਨੇ ਪੱਖ ਸਾਡਾ ਕੀਤਾ ਹੈ, ਇਸ ਕਰਕੇ ਇਹ ਪਰਮਾਤਮਾ ਦੀ ਵਡਿਆਈ ਹੈ। ਉਹਦੀ ਵਡਿਆਈ ਦੇ ਨਾਲ ਸਾਡੇ ਪੁੱਤਰ ਨੂੰ ਤੰਦਰੁਸਤੀ ਪ੍ਰਾਪਤ ਹੋਈ ਹੈ ਤੇ ਸਾਨੂੰ ਵੀ ਚੜ੍ਹਦੀ ਕਲਾ ਪ੍ਰਾਪਤ ਹੋਈ ਹੈ। ਇਸ ਕਰਕੇ ਇਹ ਪੂਰਿਆਂ ਗੁਰੂਆਂ ਦੀ, ਗੁਰੂ ਨਾਨਕ ਸਾਹਿਬ ਦੀ ਇਹ ਵਡਿਆਈ ਹੈ, ਜਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਇਹ ਵਡਿਆਈ ਪ੍ਰਾਪਤ ਹੋਈ ਹੈ। ਅਬ ਚਲ ਨੀਵ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੈ ਸਵਾਈ। ਇਹ ਜਿਹੜੀ ਸੋਢੀ ਬੰਸ ਹੈ ਨਾ, ਕਹਿਣ ਲੱਗੇ ਸੋਢ ਬੰਸ ਰੂਪੀ ਜਿਹੜੀ ਨੀਵ ਹੈ, ਇਹ ਸਦਾ ਰਹਿਣ ਵਾਲੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ,
ਇਹ ਜੋ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਰੂਪੀ ਨੀਵ ਹੈ, ਸਦਾ ਰਹਿਣ ਵਾਲੀ, ਅਟਲ ਰਹਿਣ ਵਾਲੀ ਹੈ। ਨਿਤ ਨਿਤ ਚੜ੍ਹੈ ਸਵਾਈ। ਇਸ ਗੁਰਤਾ ਗੱਦੀ ਦਾ ਰੰਗ ਜਿਹੜਾ ਨਾ ਨਿਤ ਨਿਤ ਸਵਾਏ ਤੋਂ ਸਵਾਇਆ, ਬਹੁਤੇ ਤੋਂ ਬਹੁਤਾ, ਬਹੁਤੀ ਤੋਂ ਬਹੁਤੀ ਬਖਸ਼ਿਸ਼ ਹੋਣ ਵਾਲੀ ਹੈ। ਐਸੀ ਦਾਤ ਪ੍ਰਾਪਤ ਹੋਈ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ। ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਅੰਗੀਕਾਰ ਕੀਓ ਮੇਰੇ ਕਰਤੈ, ਗੁਰ ਪੂਰੇ ਕੀ ਵਡਿਆਈ। ਅਬ ਚਲ ਨੀਵ ਧਰੀ ਗੁਰ ਨਾਨਕ, ਨਿਤ ਨਿਤ ਚੜ੍ਹੈ ਸਵਾਈ। ਵਾਹਿਗੁਰੂ ਜੀ ਕਾ ਖਾਲਸਾ।